ਮੇਰਾ ਹਰ ਇੱਕ ਹਿੱਸਾ ਅਸਲ ਵਿੱਚ ਉਹਨਾਂ ਦੇ ਕਾਰਨ ਹੈ। ਮੇਰੇ ਤੇ ਨੇਪੋਕਿਡ ਹੋਣ ਦਾ ਇਲਜ਼ਾਮ ਲਗਾਇਆ ਗਿਆ ਹੈ, ਪਰ ਮੇਰੀ ਪਾਰਟੀ ਦਾ ਨਾਮ, ਉਹ ਪ੍ਰਤੀਕ ਜੋ ਮੇਰੇ ਪਿਤਾ ਨੇ ਅਸਲ ਵਿੱਚ ਆਪਣੀ ਪਾਰਟੀ ਲਈ ਚੁਣਿਆ ਅਤੇ ਮੇਰੇ ਤੋਂ ਖੋਹ ਲਿਆ ਗਿਆ ਹੈ। ਆਖਰਕਾਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਹਰ ਚੀਜ਼ ਤੁਹਾਡੀ ਸਮਰੱਥਾ, ਤੁਹਾਡੀ ਕਾਬਲੀਅਤ ਤੇ ਆਉਂਦੀ ਹੈ ਜੇਕਰ ਤੁਹਾਡੇ ਵਿੱਚ ਹੀ ਤੁਹਾਡੇ ਵਿੱਚ ਹੈ। ਮੈਂ ਬਦਲਾਖੋਰੀ ਦੀ ਰਾਜਨੀਤੀ ਵਿੱਚ ਵਿਸ਼ਵਾਸ ਨਹੀਂ ਰੱਖਦਾ। ਸਾਡੇ ਕੋਲ ਵੱਡੇ ਮੁੱਦੇ ਅਤੇ ਬਿਹਤਰ ਮੁੱਦੇ ਹਨ। ਮੈਨੂੰ ਆਪਣੇ ਆਪ ਤੇ ਪੂਰਾ ਭਰੋਸਾ ਹੈ। ਅਸੀਂ ਤੁਹਾਡੇ ਡੈਡੀ ਨੂੰ ਮਿਲਣ ਆਉਂਦੇ ਸੀ ਅਤੇ ਉਹਨਾਂ ਦੀ ਇੰਟਰਵਿਊ ਕਰਦੇ ਸੀ ਅਤੇ ਉਹਨਾਂ ਨੂੰ ਸਖਤ ਇੰਟਰਵਿਊ ਦਿੰਦੇ ਸੀ ਅਤੇ ਤੁਸੀਂ ਹਮੇਸ਼ਾ ਉੱਥੇ ਹੁੰਦੇ ਹੋ। ਹਮੇਸ਼ਾ ਉੱਥੇ। ਤਾਂ ਤੁਸੀਂ ਉਹਨਾਂ ਤੋਂ ਕੁਝ ਚੀਜ਼ਾਂ ਸਿੱਖੀਆਂ, ਠੀਕ ਹੈ? ਹਾਂ, ਮੈਂ ਸਿੱਖਿਆ ਹੈ ਕਿ ਮੇਰਾ ਹਰ ਹਿੱਸਾ ਅਸਲ ਵਿੱਚ ਉਹਨਾਂ ਦੇ ਕਾਰਨ ਹੈ। ਜਾਣਬੁੱਝ ਕੇ, ਅਣਜਾਣੇ ਵਿੱਚ। ਤੁਸੀਂ ਜਾਣਦੇ ਹੋ, ਉਹਨਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ ਅਤੇ ਮੁੱਖ ਤੌਰ ਤੇ ਅਣਜਾਣੇ ਵਿੱਚ। ਤੁਸੀਂ ਜਾਣਦੇ ਹੋ, ਉਹ ਕਦੇ ਵੀ ਮੇਰੀ ਦੇਖਭਾਲ ਨਹੀਂ ਕਰਦੇ ਸੀ। ਤੁਸੀਂ ਜਾਣਦੇ ਹੋ, ਉਹ ਮੈਨੂੰ ਕਦੇ ਨਹੀਂ ਬਿਠਾਉਂਦੇ ਸੀ। ਅਤੇ ਤੁਸੀਂ ਜਾਣਦੇ ਹੋ, ਮੈਨੂੰ ਦੱਸਦੇ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਤੁਹਾਨੂੰ ਗੱਲ ਕਰਨੀ ਚਾਹੀਦੀ ਹੈ ਅਤੇ ਤੁਹਾਨੂੰ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ। ਉਹਨਾਂ ਨੇ ਅਜਿਹਾ ਕਦੇ ਨਹੀਂ ਕੀਤਾ, ਪਰ ਅਚੇਤ ਰੂਪ ਵਿੱਚ ਉਹ ਮੈਨੂੰ ਸਿਖਾ ਰਹੇ ਸੀ। ਹੁਣ ਮੈਨੂੰ ਇਹ ਅਹਿਸਾਸ ਹੋਇਆ, ਉਹ ਅਚੇਤਨ ਤੌਰ ਤੇ ਮੈਨੂੰ ਸਿਖਾ ਰਹੇ ਸੀ। ਅਤੇ ਕੀ ਉਹਨਾਂ ਨੇ ਕੁਝ ਅਣਮੁੱਲਾ ਕਿਹਾ ਜੋ ਉਹ ਕਹਿੰਦੇ ਸੀ, ਜੋ ਕਿ ਤੁਹਾਨੂੰ ਹੁਣ ਉਹ ਸਭ ਯਾਦ ਹੈ, ਜੋ ਬਹੁਤ ਮਾਇਨੇ ਰੱਖਦਾ ਹੈ? ਹਾਂ, ਤੁਸੀਂ ਜਾਣਦੇ ਹੋ, ਮੇਰਾ ਮਤਲਬ ਹੈ, ਜੇ ਕੋਈ ਉਹਨਾਂ ਨੂੰ ਇਹ ਪੁੱਛਦਾ ਸੀ ਕਿ ਤੁਸੀਂ ਉਸ ਨੂੰ ਕਿਵੇਂ ਆਕਾਰ ਦੇ ਰਹੇ ਹੋ ਅਤੇ ਉਹ ਰਾਜਨੀਤਿਕ ਸੁਝਾਅ ਕੀ ਹਨ ਜੋ ਤੁਸੀਂ ਉਸ ਨੂੰ ਭਵਿੱਖ ਲਈ ਦੇ ਰਹੇ ਹੋ ਅਤੇ ਉਹ ਸਾਰੀਆਂ ਚੀਜ਼ਾਂ, ਤਾਂ ਉਹਨਾਂ ਕੋਲ ਇਹ ਬਹੁਤ ਮਸ਼ਹੂਰ ਲਾਈਨ ਸੀ। ਉਹ ਇਸ ਨੂੰ ਵਾਰ-ਵਾਰ ਦੁਹਰਾਉਂਦੇ ਅਤੇ ਉਹ ਕਹਿੰਦੇ ਸੀ, ਮੱਛੀ ਨੂੰ ਕਦੇ ਤੈਰਨਾ ਨਹੀਂ ਸਿਖਾਇਆ ਜਾਂਦਾ। ਅਤੇ ਇਹ ਮੈਨੂੰ ਬਹੁਤ ਆਤਮਵਿਸ਼ਵਾਸ ਦਿੰਦਾ ਸੀ ਕਿਉਂਕਿ ਉਹਨਾਂ ਨੇ ਮੈਨੂੰ ਗਲਤੀਆਂ ਕਰਨ ਲਈ ਜਗ੍ਹਾ ਦਿੱਤੀ ਸੀ। ਤੁਸੀਂ ਜਾਣਦੇ ਹੋ, ਅਤੇ ਉਹ ਹਮੇਸ਼ਾ ਕਹਿੰਦੇ ਸੀ ਕਿ ਮੈਂ ਪੇਪਰਵੇਟ ਵਾਂਗ ਹਾਂ। ਤੁਸੀਂ ਜਾਓ, ਤੁਸੀਂ ਆਪਣਾ ਕੰਮ ਕਰੋ ਅਤੇ ਭਾਵੇਂ ਤੁਸੀਂ ਗਲਤੀਆਂ ਕਰਦੇ ਹੋ, ਮੈਂ ਇਸ ਦੀ ਦੇਖਭਾਲ ਕਰਨ ਲਈ ਮੌਜੂਦ ਹਾਂ। ਤੁਸੀਂ ਜਾਣਦੇ ਹੋ, ਇਹ ਇੱਕ ਚੀਜ਼ ਹੈ ਜੋ ਮੈਂ ਉਹਨਾਂ ਦੇ ਬਾਅਦ ਸੱਚਮੁੱਚ ਯਾਦ ਕਰਦਾ ਹਾਂ। ਮੈਂ ਤੁਹਾਨੂੰ ਸਿਰਫ ਇਹ ਪੁੱਛਣਾ ਚਾਹੁੰਦਾ ਹਾਂ ਕਿ ਨਿਤੀਸ਼ ਨੇ ਤੁਹਾਡੇ ਪਰਿਵਾਰ ਨੂੰ ਕਈ ਤਰੀਕਿਆਂ ਨਾਲ ਵੰਡਿਆ ਹੈ। ਇਹ ਲੋਕ ਕਹਿੰਦੇ ਹਨ। ਹੁਣ ਉਹ ਘੁੰਮ ਰਿਹਾ ਹੈ। ਉਸਦੇ ਹਮਲੇ ਦਾ ਮੁੱਖ ਰੂਪ ਲਾਲੂ ਅਤੇ ਤੇਜਸਵੀ ਦੇ ਖਿਲਾਫ ਪਰਿਵਾਰਕ ਰਾਜਨੀਤੀ ਹੈ। ਇਹ ਸਭ ਪਰਿਵਾਰਕ ਰਾਜਨੀਤੀ ਹੈ, ਤੁਸੀਂ ਲੋਕੋ। ਅਤੇ ਇਹ ਤੁਹਾਡੇ ਤੇ ਵੀ ਅਸਿੱਧਾ ਹਮਲਾ ਹੈ। ਇਸ ਲਈ ਜੇਕਰ ਉਹ ਇਹ ਕਹੇ ਕਿ ਕਦੇ ਤੁਹਾਡੇ ਸਾਹਮਣੇ ਤੁਸੀਂ ਨਿਤੀਸ਼ ਨੂੰ ਕੀ ਕਹੋਗੇ? ਖੈਰ, ਬਹੁਤ ਇਮਾਨਦਾਰੀ ਨਾਲ, ਸੁਭਾਅ ਨਾਲ ਮੈਂ ਉਸ ਕਿਸਮ ਦਾ ਵਿਅਕਤੀ ਨਹੀਂ ਹਾਂ। ਤੁਸੀਂ ਜਾਣਦੇ ਹੋ, ਜੋ ਅੰਦਰ ਜਾਂਦਾ ਹੈ। ਤੁਹਾਨੂੰ ਰਾਜਨੀਤੀ ਵਿੱਚ ਬਹੁਤ ਨੀਵਾਂ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਇਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਹੋ, ਮੇਰਾ ਮੰਨਣਾ ਹੈ ਕਿ ਸਾਡੇ ਕੋਲ ਵੱਡੇ ਮੁੱਦੇ ਅਤੇ ਬਿਹਤਰ ਮੁੱਦੇ ਹਨ, ਖਾਸ ਤੌਰ ਤੇ ਮੇਰੇ ਰਾਜ ਬਾਰੇ, ਜਿਸ ਨੂੰ ਅਜੇ ਵੀ ਇੱਕ ਪਛੜੇ ਰਾਜ ਵਜੋਂ ਸੰਬੋਧਿਤ ਕੀਤਾ ਜਾ ਰਿਹਾ ਹੈ। ਇਹਨਾਂ ਮੁੱਦਿਆਂ ਬਾਰੇ ਗੱਲ ਕਰਨ ਦੀ ਬਜਾਏ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਇਹ ਕਹਿਣ ਤੋਂ ਬਾਅਦ, ਮੈਂ ਥੋੜਾ ਜਿਹਾ ਸੁਧਾਰ ਕਰਾਂਗਾ ਜਦੋਂ ਤੁਸੀਂ ਕਿਹਾ ਸੀ ਕਿ ਉਹ ਮੇਰੇ ਬਣਾਉਣ ਲਈ ਜ਼ਿੰਮੇਵਾਰ ਸੀ। ਨਹੀਂ, ਮੈਂ ਇਹ ਨਹੀਂ ਕਹਿ ਰਿਹਾ। ਇਹ ਲੋਕ ਕਹਿੰਦੇ ਹਨ। ਹਾਂ, ਇਹ ਤਾਂ ਲੋਕ ਵੀ ਕਹਿੰਦੇ ਹਨ, ਪਰ ਇਮਾਨਦਾਰੀ ਨਾਲ ਕਹਾਂ ਤਾਂ ਅਸਲ ਵਿੱਚ ਮੇਰੇ ਆਪਣੇ ਹੀ ਲੋਕਾਂ ਨੇ ਮੈਨੂੰ ਧੋਖਾ ਦਿੱਤਾ। ਜੇਕਰ ਉਹ ਮੇਰੇ ਨਾਲ ਹੁੰਦੇ, ਮੈਨੂੰ ਨਹੀਂ ਲੱਗਦਾ ਕਿ ਅਜਿਹਾ ਕੋਈ ਹੋਰ ਸੀ ਜੋ ਇਹ ਸੰਭਵ ਕਰ ਸਕਦਾ ਸੀ। ਇਸ ਲਈ ਮੈਨੂੰ ਅਸਲ ਵਿੱਚ ਮੇਰੇ ਆਪਣੇ ਲੋਕਾਂ, ਮੇਰੇ ਆਪਣੇ ਚਾਚੇ, ਮੇਰੇ ਆਪਣੇ ਭਰਾ ਦੁਆਰਾ ਧੋਖਾ ਦਿੱਤਾ ਗਿਆ ਸੀ। ਪਰ ਤੁਸੀਂ ਇੱਕ ਧਮਾਕੇ ਨਾਲ ਵਾਪਸ ਆਉਂਦੇ ਹੋ। ਨਹੀਂ, ਪਰ ਇੱਕ ਗੱਲ ਜੋ ਤੁਸੀਂ ਹੁਣੇ ਕਹੀ ਸੀ ਕਿ ਜਦੋਂ ਲੋਕ ਪਰਿਵਾਰਿਕ ਰਾਜਨੀਤੀ ਵਰਗੀਆਂ ਗੱਲਾਂ ਕਹਿੰਦੇ ਹਨ ਤਾਂ ਇਹ ਇੱਕ ਨੀਵੀਂ ਰਾਜਨੀਤੀ ਹੈ। ਤਾਂ ਕੀ ਤੁਸੀਂ ਕਹਿ ਰਹੇ ਹੋ ਕਿ ਨਿਤੀਸ਼ ਨੇ ਰਾਜਨੀਤੀ ਵਿੱਚ ਨੀਵਾਂ ਮਾਰਿਆ ਹੈ? ਮੈਂ ਆਮ ਤੌਰ ਤੇ ਜਾਤ-ਪਾਤ ਦੀ ਰਾਜਨੀਤੀ ਅਤੇ ਇਸ ਪਰਿਵਾਰਕ ਰਾਜਨੀਤੀ ਅਤੇ ਫਿਰਕੂ ਰਾਜਨੀਤੀ ਵਿੱਚ ਵਿਸ਼ਵਾਸ ਨਹੀਂ ਰੱਖਦਾ। ਮੈਂ ਇਹਨਾਂ ਸਾਰੀਆਂ ਗੱਲਾਂ ਵਿੱਚ ਸੱਚਮੁੱਚ ਵਿਸ਼ਵਾਸ ਨਹੀਂ ਕਰਦਾ। ਮੈਂ ਆਮ ਤੌਰ ਤੇ ਇਹ ਮੰਨਦਾ ਹਾਂ ਕਿ ਜੇਕਰ ਤੁਹਾਡੇ ਵਿੱਚ ਇਹ ਸੰਭਾਵਨਾ ਹੈ, ਮੇਰਾ ਮਤਲਬ ਹੈ, ਇੱਕ ਹੈਵੀਵੇਟ ਸਰਨੇਮ ਪਰਿਵਾਰ ਤੋਂ ਆਉਣਾ ਮੇਰੇ ਲਈ ਇੱਕ ਵਰਦਾਨ ਹੋ ਸਕਦਾ ਹੈ, ਪਰ ਇਹ ਮੇਰੀ ਸੰਭਾਵਨਾ ਨਹੀਂ ਹੋ ਸਕਦੀ। ਇਹ ਮੇਰੀ ਯੋਗਤਾ ਨਹੀਂ ਹੋ ਸਕਦੀ। ਮੇਰਾ ਮਤਲਬ ਹੈ, ਆਖਰਕਾਰ, ਮੇਰਾ ਮੰਨਣਾ ਹੈ ਕਿ ਹਰ ਚੀਜ਼ ਤੁਹਾਡੀ ਸਮਰੱਥਾ, ਤੁਹਾਡੀਆਂ ਸਮਰੱਥਾਵਾਂ ਤੇ ਉਬਲਦੀ ਹੈ। ਜੇਕਰ ਤੁਹਾਡੇ ਅੰਦਰ ਇਹ ਹੈ, ਤਾਂ ਹੀ ਤੁਸੀਂ ਸਫਲ ਹੋਵੋਗੇ। ਜੇ ਇਹ ਤੁਹਾਡੇ ਵਿੱਚ ਨਹੀਂ ਹੈ,
ਤਾਂ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਉਪਨਾਮ ਤੁਸੀਂ ਆਪਣੇ ਨਾਮ ਦੇ ਨਾਲ ਲੈ ਰਹੇ ਹੋ, ਕੁਝ ਵੀ ਮਦਦ ਨਹੀਂ ਕਰੇਗਾ। ਤੁਸੀਂ ਜਾਣਦੇ ਹੋ ਤੁਹਾਡੇ ਪਿਤਾ ਕੋਲ ਚੁਣੇ ਜਾਣ ਤੋਂ ਬਾਅਦ 20 ਸਾਲਾਂ ਤੱਕ ਕੋਈ ਮੰਤਰੀ ਦਾ ਅਹੁਦਾ ਨਹੀਂ ਸੀ। ਕੀ ਇਹ ਤੁਹਾਡਾ ਨਿਰਮਾਣ ਕਰਨ ਦਾ ਸਮਾਂ ਵੀ ਹੈ? ਇਹ ਸਹੀ ਹੈ ਅਤੇ ਇਸ ਨੂੰ ਸੰਬੋਧਿਤ ਕਰਨ ਅਤੇ ਪਛਾਣਨ ਲਈ ਤੁਹਾਡਾ ਧੰਨਵਾਦ। ਕਿਉਂਕਿ ਜਦੋਂ ਮੇਰੇ ਪਿਤਾ ਦੀ ਗੱਲ ਆਉਂਦੀ ਹੈ ਤਾਂ ਲੋਕ 69 ਤੋਂ 89 ਦੇ ਪੜਾਅ ਬਾਰੇ ਸ਼ਾਇਦ ਹੀ ਗੱਲ ਕਰਦੇ ਹਨ। ਉਹ ਪਹਿਲੀ ਵਾਰ 69 ਵਿੱਚ ਵਿਧਾਇਕ ਬਣੇ ਸਨ ਅਤੇ ਉਹ ਪਹਿਲਾ ਮੰਤਰੀ ਬਣੇ ਵੀ.ਟੀ. ਸਿੰਘ ਦੀ ਸਰਕਾਰ ਵਿੱਚ 89 ਵਿੱਚ ਕੇਂਦਰੀ ਮੰਤਰੀ ਬਣੀ ਅਤੇ ਫਿਰ 5 ਸਾਲਾਂ ਦਾ ਇੱਕ ਮਾੜਾ ਦੌਰ ਆਇਆ ਜਦੋਂ ਨਰਸਿਮਹਾ ਰਾਓ ਜੀ ਉੱਥੇ ਸਨ ਅਤੇ ਉਹ ਸੱਤਾ ਵਿੱਚ ਨਹੀਂ ਸਨ, ਭਾਵੇਂ ਉਹ ਸੰਸਦ ਮੈਂਬਰ ਸੀ। ਪਰ ਫਿਰ ਗੁਜਰਾਲ ਸਾਹਿਬ ਸਨ, ਫਿਰ ਦੇਵੀ ਗੌੜਾ ਸਾਹਿਬ ਸਨ ਅਤੇ ਗੁਜਰਾਲ ਸਾਹਿਬ ਉਹਨਾਂ ਦੇ ਬਾਅਦ ਫਿਰ ਵਾਜਪਾਈ ਜੀ ਅਤੇ ਸਭ ਸਨ ਅਤੇ ਫਿਰ ਉਹ ਸੱਤਾ ਵਿੱਚ ਬਣੇ ਰਹੇ। ਪਰ ਜਦੋਂ ਵੀ ਮੇਰੇ ਪਿਤਾ ਜੀ ਨੂੰ ਯਾਦ ਕੀਤਾ ਗਿਆ ਹੈ, ਉਹਨਾਂ ਨੂੰ ਮੌਸਮ ਵਿਗਿਆਨਿਕ ਦੇ ਰੂਪ ਵਿੱਚ ਯਾਦ ਕੀਤਾ ਗਿਆ ਹੈ। ਉਹ ਮੰਤਰੀ ਹੋਣਗੇ ਚਾਹੇ ਕੋਈ ਵੀ ਸਰਕਾਰ ਬਣਾਵੇ। ਇਸ ਤਰ੍ਹਾਂ ਉਸ ਨੂੰ ਯਾਦ ਕੀਤਾ ਜਾਂਦਾ ਹੈ। ਪਰ ਉਸ 20 ਸਾਲਾਂ ਦੇ ਸੰਘਰਸ਼ ਦੀ ਅਸਲ ਵਿੱਚ ਕੋਈ ਗੱਲ ਨਹੀਂ ਕਰਦਾ। ਤੁਸੀਂ 2024 ਵਿੱਚ ਰਾਜਨੀਤੀ ਨੂੰ ਕਿਵੇਂ ਬੰਦੇ ਦੇਖਦੇ ਹੋ? ਖੈਰ, ਮੇਰਾ ਮਤਲਬ ਹੈ ਜੇ ਤੁਸੀਂ ਚੋਣ ਰਾਜਨੀਤੀ ਦੀ ਗੱਲ ਕਰਦੇ ਹੋ ਤਾਂ ਮੈਂ ਸੋਚਦਾ ਹਾਂ ਬਿਹਾਰ ਵਿੱਚ ਮੈਂ ਸੋਚਦਾ ਹਾਂ। ਮੇਰਾ ਮਤਲਬ ਹੈ ਜਦੋਂ ਮੈਂ ਇਹ ਕਹਿੰਦਾ ਹਾਂ ਕਿ ਇਹ ਇੱਕ ਪਾਸੜ ਹੈ ਤਾਂ ਮੈਂ ਜ਼ਿਆਦਾ ਆਤਮ ਵਿਸ਼ਵਾਸ ਨਾਲ ਨਹੀਂ ਬੋਲਣਾ ਚਾਹੁੰਦਾ, ਪਰ ਅਸਲ ਵਿੱਚ ਇਹ ਇੱਕ ਪਾਸੜ ਹੈ। ਮੇਰੇ ਕੋਲ ਅਜਿਹਾ ਕਹਿਣ ਦੇ ਮੇਰੇ ਕਾਰਨ ਹਨ ਕਿਉਂਕਿ ਮੈਂ ਬਹੁਤ ਖੋਜ ਕਰਦਾ ਹਾਂ। ਮੈਂ ਬਹੁਤ ਸਾਰੇ ਡੇਟਾ ਤੇ ਕੰਮ ਕਰਦਾ ਹਾਂ। ਮੈਂ ਖੁਦ ਬਹੁਤ ਸਾਰੇ ਅੰਕੜਿਆਂ ਤੇ ਕੰਮ ਕਰਦਾ ਹਾਂ। ਮੇਰਾ ਵਿਸ਼ਵਾਸ ਇਸ ਤੱਤ ਤੋਂ ਆਉਂਦਾ ਹੈ ਕਿ 2019 ਵਿੱਚ ਅਸੀਂ ਸਿਰਫ 3 ਪਾਰਟੀਆਂ ਇਕੱਠੀਆਂ ਸਨ। ਇਹ ਭਾਰਤੀ ਜਨਤਾ ਪਾਰਟੀ ਸੀ, ਇਹ ਜਨਤਾ ਦਲ ਯੂਨਾਈਟਿਡ ਅਤੇ ਮੇਰੀ ਪਾਰਟੀ ਸੀ। ਮੇਰੇ ਪਿਤਾ ਜੀ ਉਸ ਸਮੇਂ ਉੱਥੇ ਸਨ, ਹਾਲਾਂਕਿ ਲੋਕ ਜਨਸ਼ਕਤੀ ਪਾਰਟੀ ਅਤੇ ਇਹ ਅਸੀਂ 3 ਸੀ ਅਤੇ ਅਸੀਂ 40 ਵਿੱਚੋਂ 39 ਸੀਟਾਂ ਲਿਆਉਣ ਵਿੱਚ ਕਾਮਯਾਬ ਹੋਏ। ਇਸ ਵਾਰ ਸਾਡੇ ਨਾਲ 2 ਹੋਰ ਮਜ਼ਬੂਤ ਸਹਿਯੋਗੀ ਹਨ ਜੋ ਪਿਛਲੀ ਵਾਰ ਇਸ ਗੱਠਜੋੜ ਦਾ ਹਿੱਸਾ ਨਹੀਂ ਸਨ। ਜੋ ਪਿਛਲੀ ਵਾਰ ਸਾਰੀਆਂ ਸੀਟਾਂ ਹਾਰ ਗਏ ਸਨ। ਹਾਂ, ਕਿਉਂਕਿ ਉਹ ਦੂਜੇ ਪਾਸੇ ਸਨ। ਮੈਂ ਹੈਰਾਨ ਹਾਂ ਕਿ ਤੁਸੀਂ ਉਹਨਾਂ ਨੂੰ ਕਿਉਂ ਲਿਆ, ਕਿਉਂਕਿ ਮੇਰਾ ਮਤਲਬ ਹੈ ਉਹਨਾਂ ਨੂੰ ਕੁਝ ਨਹੀਂ ਮਿਲਿਆ। ਨਹੀਂ, ਉਹਨਾਂ ਨੂੰ ਕੁਝ ਨਹੀਂ ਮਿਲਿਆ। ਗੱਠਜੋੜ ਜਿਸ ਵਿੱਚ ਉਹ ਸਨ ਇੱਕ ਕਾਰਨ ਹੋ ਸਕਦਾ ਹੈ। ਆਖਰਕਾਰ, ਹਾਂ, ਤੁਹਾਡਾ ਗੱਠਜੋੜ ਅਤੇ ਤੁਹਾਡੇ ਗੱਠਜੋੜ ਦੀ ਅਗਵਾਈ ਕੌਣ ਕਰ ਰਿਹਾ ਹੈ ਅਸਲ ਵਿੱਚ ਮਾਇਨੇ ਰੱਖਦਾ ਹੈ। ਹਾਂ, ਮੇਰਾ ਮਤਲਬ ਹੈ ਕਿ ਇਸ ਵਾਰ ਮਾਜੀ ਜੀ ਸਾਡੇ ਨਾਲ ਸਨ, ਸਾਡੇ ਕੋਲ ਹਨ। ਕੁਸ਼ਵਾਹਾ ਜੀ, ਉਪੇਂਦਰ ਕੁਸ਼ਵਾਹਾ ਜੀ ਗੱਠਜੋੜ ਵਿੱਚ ਸਾਡੇ ਨਾਲ ਹਨ। ਇਸ ਲਈ ਮੈਂ ਸੋਚਦਾ ਹਾਂ ਕਿ ਇਸਨੇ ਸਾਡੇ ਗੱਠਜੋੜ ਨੂੰ ਪ੍ਰਤੀਸ਼ਤਤਾ ਦੇ ਲਿਹਾਜ਼ ਨਾਲ 2019 ਨਾਲੋਂ ਵੀ ਮਜ਼ਬੂਤ ਗੱਠਜੋੜ ਬਣਾ ਦਿੱਤਾ ਹੈ ਅਤੇ ਇਹ ਮੈਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਅਸੀਂ 2019 ਵਿੱਚ ਇੱਕ ਸੀਟ ਗੁਆ ਦਿੱਤੀ ਸੀ, ਉਹ ਕਿਸ਼ਨਗੰਜ ਸੀ। ਇਸ ਵਾਰ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਨੂੰ ਲਿਆਉਣ ਅਤੇ ਇਸ ਨੂੰ 40 ਵਿੱਚੋਂ 40 ਬਣਾਉਣ ਵਿੱਚ ਕਾਮਯਾਬ ਹੋਵਾਂਗੇ। ਇਸ ਬਾਰੇ ਇੱਕ ਸਵਾਲ, 20 ਸਾਲ ਜਦੋਂ ਤੋਂ ਨਿਤੀਸ਼ ਇੱਥੇ ਸੱਤਾ ਵਿੱਚ ਰਹੇ ਹਨ, ਜ਼ਿਆਦਾਤਰ ਸਮਾਂ ਤੁਹਾਡੇ ਸਾਰਿਆਂ ਦੇ ਨਾਲ ਰਹੇ ਹਨ। ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਇਸ ਸਮੇਂ ਦੌਰਾਨ ਬਿਹਾਰ ਨੇ ਅਸਲ ਵਿੱਚ ਕਾਫੀ ਵਿਕਾਸ ਕੀਤਾ ਹੈ? ਖੈਰ, ਮੈਂ ਸੱਚਮੁੱਚ ਵਿਸ਼ਵਾਸ ਕਰਦਾ ਹਾਂ ਕਿ ਇੱਥੇ ਹਮੇਸ਼ਾ ਸੁਧਾਰ ਦੀ ਗੁੰਜਾਇਸ਼ ਹੁੰਦੀ ਹੈ। ਹਮੇਸ਼ਾ ਸੁਧਾਰ ਦੀ ਗੁੰਜਾਇਸ਼ ਹੁੰਦੀ ਹੈ ਅਤੇ ਬਹੁਤ ਵਧੀਆ ਕੀਤਾ ਜਾ ਸਕਦਾ ਹੈ। ਅਤੇ ਜਦੋਂ ਮੈਂ ਇਹ ਕਹਾਂਗਾ ਤਾਂ ਮੈਂ ਬਹੁਤ ਇਮਾਨਦਾਰ ਹੋਵਾਂਗਾ। ਇਹ ਕਹਿਣ ਤੋਂ ਬਾਅਦ, ਹਾਂ, ਮੈਂ ਵਿਸ਼ਵਾਸ ਕਰਦਾ ਹਾਂ ਕਿ ਮੇਰੀ ਰਾਜ ਦੀ ਵਿਅੰਗਾਤਮਕਤਾ ਅਤੇ ਹੁਣ ਮੈਂ ਇਸ ਤੇ ਵਧੇਰੇ ਵਿਸ਼ਵਾਸ ਕਰਦਾ ਹਾਂ ਕਿਉਂਕਿ ਹੁਣ ਮੈਂ ਇਸ ਨਾਲ ਜੁੜ ਸਕਦਾ ਹਾਂ। ਅਤੇ ਜਦੋਂ ਮੇਰੇ ਪ੍ਰਧਾਨ ਮੰਤਰੀ ਡਬਲ ਇੰਜਨ ਦੀ ਸਰਕਾਰ ਬਾਰੇ ਗੱਲ ਕਰਦੇ ਹਨ, ਮੈਨੂੰ ਹੁਣ ਪਤਾ ਹੈ ਕਿ ਇਸ ਦਾ ਕੀ ਅਰਥ ਹੈ। ਮੈਂ ਸੰਸਦ ਮੈਂਬਰ ਹੋਣ ਦੇ ਨਾਤੇ ਇਸ ਦਾ ਸਾਹਮਣਾ ਵੀ ਕੀਤਾ ਹੈ ਕਿਉਂਕਿ ਮੈਂ ਸਭ ਤੋਂ ਲੰਬੇ ਸਮੇਂ ਤੱਕ ਆਪਣੇ ਰਾਜ ਵਿੱਚ ਵਿਰੋਧੀ ਧਿਰ ਵਿੱਚ ਸੀ। ਭਾਵੇਂ ਮੈਂ ਕੇਂਦਰੀ ਪੱਧਰ ਤੇ ਸਰਕਾਰ ਦੇ ਨਾਲ ਸੀ, ਪਰ ਮੈਂ ਆਪਣੇ ਰਾਜ ਵਿੱਚ ਵਿਰੋਧੀ ਧਿਰ ਵਿੱਚ ਸੀ। ਇਸ ਨੇ ਮੈਨੂੰ ਬਹੁਤ ਸਾਰੀਆਂ ਰੁਕਾਵਟਾਂ ਦਿੱਤੀਆਂ, ਜਿਸ ਨੇ ਮੈਨੂੰ ਆਪਣੇ ਏਜੰਡੇ, ਮੇਰੇ ਮੁੱਦੇ, ਮੇਰੀਆਂ ਚੀਜ਼ਾਂ ਨੂੰ ਲਾਗੂ ਕਰਨ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਿੱਤੀਆਂ। ਉਦਾਹਰਨ ਲਈ, ਮੈਨੂੰ ਆਪਣੇ ਹੀ ਹਲਕੇ ਵਿੱਚ ਕੇਂਦਰੀ ਵਿਦਿਆਲਿਆ ਲਈ ਜ਼ਮੀਨ ਨਹੀਂ ਮਿਲ ਸਕੀ। ਆਖਰਕਾਰ ਮੈਨੂੰ ਕੇਂਦਰ ਵਾਪਸ ਜਾਣਾ ਪਿਆ ਅਤੇ ਉਹਨਾਂ ਕੋਲ ਮੇਰੇ ਹਲਕੇ ਚੱਜ ਵਿੱਚ ਰੇਲਵੇ ਦੀ ਜ਼ਮੀਨ ਸੀ।
ਅਤੇ ਇਸ ਲਈ ਮੈਂ ਉਸ ਨੂੰ ਸੰਭਾਲਿਆ ਅਤੇ ਉਸ ਸਮੇਂ ਅਤੇ ਹੁਣ ਸਿੱਖਿਆ ਮੰਤਰਾਲਾ ਅਤੇ ਕੇਂਦਰੀ ਵਿਦਿਆਲਿਆ ਉਸ ਜ਼ਮੀਨ ਤੇ ਐਚਆਰਡੀ ਮੰਤਰਾਲੇ ਨੂੰ ਸੌਂਪ ਦਿੱਤਾ। ਇਸ ਲਈ ਤੁਸੀਂ ਥੋੜਾ ਜੁਗਾੜ ਕੀਤਾ ਹੈ, ਮੈਂ ਜੁਗਾੜ ਕੀਤਾ, ਪਰ ਇਸਨੇ ਕੰਮ ਕੀਤਾ। ਪਰ ਇਹ ਕੰਮ ਕੀਤਾ। ਹਾਂ, ਇਸ ਲਈ ਇੱਕ ਗੱਲ ਤੁਸੀਂ ਹੁਣੇ ਕਹੀ ਹੈ, ਬਹੁਤ ਹੀ ਦੱਸ ਰਹੇ ਹੋ ਕਿ ਤੁਸੀਂ ਜਾਤ ਨੂੰ ਨਹੀਂ ਮੰਨਦੇ ਅਤੇ ਤੁਸੀਂ ਪਰਿਵਾਰਾਂ ਨੂੰ ਨਹੀਂ ਮੰਨਦੇ ਅਤੇ ਮੇਰਾ ਮਤਲਬ ਪਰਿਵਾਰ ਮਦਦ ਕਰਦਾ ਹੈ, ਪਰ ਇਹ ਨਹੀਂ ਹੈ ਜਦੋਂ ਤੱਕ ਤੁਸੀਂ ਕੁਝ ਨਹੀਂ ਪਹੁੰਚਾਉਂਦੇ, ਪਰ ਤੁਸੀਂ ਜਾਤ ਵਿੱਚ ਵਿਸ਼ਵਾਸ ਨਹੀਂ ਕਰਦੇ ਹੋ। ਹਾਂ, ਹੁਣ ਪਾਸਵਾਨ ਬ੍ਰਾਹਮਣਾਂ ਅਤੇ ਹੋਰ OBC ਉੱਚ ਜਾਤੀ ਅਤੇ ਸਭ ਦੁਆਰਾ ਵਿਤਕਰੇ ਦਾ ਸ਼ਿਕਾਰ ਹਨ ਅਤੇ ਜ਼ਮੀਨ ਤੇ ਉਹਨਾਂ ਦਾ ਜੀਵਨ ਮੁਸ਼ਕਲ ਹੈ। ਪਰ ਤੁਸੀਂ ਉਹਨਾਂ ਲੋਕਾਂ ਨਾਲ ਜੁੜੇ ਹੋ ਜੋ ਉਹਨਾਂ ਨਾਲ ਵਿਤਕਰਾ ਕਰ ਰਹੇ ਹਨ। ਤੁਸੀਂ ਕਿਸ ਤਰ੍ਹਾਂ ਜਾਇਜ਼ ਠਹਿਰਾਉਂਦੇ ਹੋ? ਇਹ ਉਹ ਹੈ ਜੋ ਲੋਕ ਕਹਿ ਰਹੇ ਹਨ। ਤੁਸੀਂ ਇਸ ਨੂੰ ਕਿਵੇਂ ਜਾਇਜ਼ ਠਹਿਰਾਉਂਦੇ ਹੋ ਕਿ ਤੁਸੀਂ ਉਹਨਾਂ ਦੇ ਜ਼ਮੀਨੀ ਸ਼ੋਸ਼ਣ ਕਰਨ ਵਾਲਿਆਂ ਨਾਲ ਗੱਠਜੋੜ ਕਰ ਰਹੇ ਹੋ? ਇਸ ਲਈ ਤੁਸੀਂ ਜਾਣਦੇ ਹੋ, ਮੇਰੇ ਪਿਤਾ ਤੋਂ ਇਹ ਦੁਬਾਰਾ ਸਿੱਖਦੇ ਹੋਏ ਮੈਨੂੰ ਲੱਗਦਾ ਹੈ ਕਿ ਮੇਰੇ ਪਿਤਾ ਇੱਕ ਸਿਆਸਤਦਾਨ ਸਨ ਜਿਨ੍ਹਾਂ ਦਾ ਪਾਰਟੀ ਲਾਈਨਾਂ ਵਿੱਚ ਸ਼ਾਨਦਾਰ ਸਮੀਕਰਨ ਸੀ। ਇੱਥੋਂ ਤੱਕ ਕਿ ਉਸਦੇ ਸਖਤ ਵਿਰੋਧੀ ਪਾਰਟੀ ਦੇ ਆਗੂ ਵੀ ਉਹਨਾਂ ਨੂੰ ਨਿੱਜੀ ਪੱਧਰ ਤੇ ਪਸੰਦ ਕਰਦੇ ਸਨ। ਇਹ ਉਹ ਜਿਹਾ ਵਿਸ਼ਵਾਸ ਹੈ ਜੋ ਤੁਹਾਨੂੰ ਲੋਕਾਂ ਨਾਲ ਬਣਾਉਣ ਦੀ ਲੋੜ ਹੈ, ਸਿਰਫ ਤੁਹਾਡੇ ਲੋਕ ਹੀ ਨਹੀਂ। ਅਤੇ ਜਦੋਂ ਮੈਂ ਆਪਣੇ ਲੋਕ ਕਹਾਂ ਤਾਂ ਮੇਰਾ ਮਤਲਬ ਹੈ ਕਿ ਮੈਂ ਆਪਣੀ ਜਾਤ ਅਤੇ ਕਮਜ਼ੋਰ ਵਰਗ, ਸਮਾਜ ਦੇ ਵਰਗ, ਦਲਿਤ, ਮਹਾਦਲਿਤ ਤੋਂ ਆਉਣ ਵਾਲੇ ਲੋਕਾਂ ਬਾਰੇ ਬਹੁਤ ਸਿਆਸੀ ਗੱਲ ਕਰ ਰਿਹਾ ਹਾਂ। ਪਰ ਉਹ ਵਿਸ਼ਵਾਸ ਦੀ ਕਿਸਮ ਹੈ ਜੋ ਉਹ ਦੇਖਦੇ ਹਨ, ਉਹਨਾਂ ਕੋਲ ਹੈ। ਪਰ ਕੀ ਇਹ ਸਖਤ ਨਹੀਂ ਹੈ ਕਿ ਕਮਜ਼ੋਰ ਵਰਗ ਮਜ਼ਬੂਤ ਵਰਗ ਨਾਲ ਗੱਠਜੋੜ ਕਰਕੇ ਕਮਜ਼ੋਰ ਵਰਗ ਦਾ ਸ਼ੋਸ਼ਣ ਕਰ ਰਿਹਾ ਹੈ? ਤੁਸੀਂ ਪਹਿਲਾਂ ਆਪਣੇ ਆਪ ਨੂੰ ਕਿਵੇਂ ਜਾਇਜ਼ ਠਹਿਰਾਉਂਦੇ ਹੋ? ਅਸਲ ਵਿੱਚ ਨਹੀਂ। ਮੈਂ ਕਿੱਥੋਂ ਆਇਆ ਹਾਂ? ਮੇਰਾ ਮੰਨਣਾ ਹੈ ਕਿ ਜਦੋਂ ਮੈਂ ਕਮਜ਼ੋਰ ਵਰਗਾਂ ਦੀ ਗੱਲ ਕਰਦਾ ਹਾਂ ਤਾਂ ਠੀਕ ਹੈ। ਇਸ ਲਈ ਹੁਣ ਜੇ ਅਸੀਂ ਜਾਤ-ਪਾਤ ਨੂੰ ਪਾਸੇ ਛੱਡੀਏ ਤਾਂ ਆਓ ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀ ਗੱਲ ਕਰੀਏ। ਅਤੇ ਉਸ ਵਰਗ ਵਿੱਚ ਹਰ ਜਾਤ ਅਤੇ ਧਰਮ ਦੇ ਲੋਕ ਆਉਂਦੇ ਹਨ। ਆਰਥਿਕ ਤੌਰ ਤੇ ਕਮਜ਼ੋਰ ਵਰਗ ਅਤੇ ਉਹਨਾਂ ਦੀਆਂ ਸਮੱਸਿਆਵਾਂ ਇੱਕੋ ਜਿਹੀਆਂ ਹਨ। ਉਹ ਇੱਕ ਦੂਜੇ ਨਾਲ ਸੰਬੰਧ ਰੱਖਦੇ ਹਨ, ਭਾਵੇਂ ਉਹ ਉੱਚ ਜਾਤੀ ਦੇ ਹੋਣ, ਭਾਵੇਂ ਉਹ ਪਛੜੀਆਂ ਸ਼੍ਰੇਣੀਆਂ ਦੇ ਹੋਣ, ਭਾਵੇਂ ਉਹ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਕਬੀਲੇ ਦੇ ਹੋਣ। ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਤਬਕੇ ਤੋਂ ਆਉਣ ਵਾਲਾ ਕੋਈ ਵੀ ਵਿਅਕਤੀ ਇੱਕ ਸਮਾਨ ਸਮੱਸਿਆ ਨੂੰ ਸਾਂਝਾ ਕਰਦਾ ਹੈ। ਇਸ ਲਈ ਹਾਂ, ਮੇਰਾ ਮਤਲਬ ਹੈ ਕਿ ਉਸ ਪੱਧਰ ਤੇ ਚੀਜ਼ਾਂ ਇੰਨੀਆਂ ਮੁਸ਼ਕਲ ਨਹੀਂ ਹਨ ਅਤੇ ਜੇਕਰ ਉਹਨਾਂ ਕੋਲ ਕੋਈ ਹੈ ਜਿਸ ਵਿੱਚ ਉਹ ਵਿਸ਼ਵਾਸ ਕਰਦੇ ਹਨ ਅਤੇ ਮੈਂ ਸੋਚਦਾ ਹਾਂ ਕਿ ਉੱਚ ਜਾਤੀ ਦੇ ਲੋਕ ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਲੋਕ ਅਤੇ ਪਛੜੀਆਂ ਸ਼੍ਰੇਣੀਆਂ ਦੇ ਲੋਕ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ, ਮੈਂ ਹੀ ਵਿਸ਼ਵਾਸ ਕਰਨਾ ਚਾਹਾਂਗਾ ਕਿ ਉਹ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਉਹ ਮੇਰੇ ਵਿੱਚ ਇਹ ਉਮੀਦ ਦੇਖਦੇ ਹਨ ਅਤੇ ਇਹੀ ਕਾਰਨ ਹੈ। ਕੋਈ ਵਿਰੋਧਾਭਾਸ ਨਹੀਂ? ਅਸਲ ਵਿੱਚ ਨਹੀਂ। ਮਾਮੂਲੀ ਵਿਰੋਧਾਭਾਸ? ਸ਼ਾਇਦ ਥੋੜਾ ਜਿਹਾ, ਪਰ ਉਹ ਅਸਲ ਵਿੱਚ ਚੰਗੀ ਤਰ੍ਹਾਂ ਪਰਸਪਰ ਜੁੜਦੇ ਹਨ, ਜਿਵੇਂ ਕਿ ਹੱਥ ਵਿੱਚ ਦਸਤਾਨੇ। ਹੁਣ ਮੈਂ ਥੋੜਾ ਵੱਖਰਾ ਸਵਾਲ ਪੁੱਛਦਾ ਹਾਂ। ਤੁਸੀਂ ਜਾਣਦੇ ਹੋ, ਤੁਹਾਡੇ ਕੋਲ ਹੁਣ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਹਨ, ਜੋ ਇੱਕ ਪੜਾ ਤੇ ਤੁਹਾਡੇ ਵਰਗੇ ਸੀ, ਬਹੁਤ ਛੋਟੇ। ਤੁਸੀਂ ਜਾਣਦੇ ਹੋ, ਹੁਣ ਉਹ ਸਰਕਾਰੀ ਤਜਰਬੇਕਾਰ ਹੈ। ਕੀ ਇਹ ਉਹਨਾਂ ਨੂੰ ਇੱਕ ਹੋਰ ਸ਼ਕਤੀਸ਼ਾਲੀ ਵਿਰੋਧੀ ਬਣਾਉਂਦਾ ਹੈ? ਖੈਰ, ਮੈਨੂੰ ਨਹੀਂ ਪਤਾ ਕਿ ਕੀ ਇਹ ਮਾਇਨੇ ਰੱਖਦਾ ਹੈ। ਨਹੀਂ, ਮੈਂ ਸਿਰਫ ਇੱਕ ਸਵਾਲ ਪੁੱਛ ਰਿਹਾ ਹਾਂ। ਮੇਰਾ ਮਤਲਬ ਹੈ, ਮੈਂ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਹੈ, ਬਹੁਤ ਇਮਾਨਦਾਰੀ ਨਾਲ। ਮੈਨੂੰ ਆਪਣੇ ਆਪ ਤੇ ਪੂਰਾ ਭਰੋਸਾ ਹੈ ਅਤੇ ਮੈਨੂੰ ਕੋਈ ਸੰਵਿਧਾਨਕ ਅਹੁਦਾ ਜਾਂ ਕੋਈ ਅਹੁਦਾ ਨਹੀਂ ਲੱਗਦਾ। ਜਦੋਂ ਮੈਂ ਆਪਣਾ ਸੰਘਰਸ਼ ਸ਼ੁਰੂ ਕੀਤਾ, ਜਨਾਬ, ਮੈਂ ਤੁਹਾਨੂੰ ਬਹੁਤ ਇਮਾਨਦਾਰੀ ਨਾਲ ਦੱਸਾਂਗਾ, ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਕਿੱਧਰ ਨੂੰ ਜਾ ਰਿਹਾ ਹਾਂ। ਵਾਪਸ 2021 ਵਿੱਚ ਮੈਨੂੰ ਸਪਸ਼ਟ ਤੌਰ ਤੇ ਯਾਦ ਹੈ ਕਿ 13 ਜੂਨ ਨੂੰ ਇਹ ਅਜਿਹੀ ਸ਼ਾਮ ਸੀ ਜਦੋਂ ਪਾਰਟੀ ਵਿੱਚ ਫੁੱਟ ਪੈ ਗਈ ਸੀ, ਜਦੋਂ ਪਰਿਵਾਰ ਵਿੱਚ ਫੁੱਟ ਪੈ ਗਈ ਅਤੇ ਮੈਨੂੰ ਆਪਣੇ ਹੀ ਪਰਿਵਾਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਮੈਨੂੰ ਸੁੱਟ ਦਿੱਤਾ ਗਿਆ ਸੀ। ਮੇਰੇ ਤੇ ਨੇਪੋਕਿਡ ਹੋਣ ਦਾ ਦੋਸ਼ ਲਗਾਇਆ ਗਿਆ ਹੈ, ਪਰ ਮੇਰੀ ਪਾਰਟੀ ਦਾ ਨਾਮ, ਜੋ ਚੋਣ ਨਿਸ਼ਾਨ ਮੇਰੇ ਪਿਤਾ ਨੇ ਆਪਣੀ ਪਾਰਟੀ ਲਈ ਚੁਣਿਆ ਸੀ, ਮੇਰੇ ਤੋਂ ਖੋਹ ਲਿਆ ਗਿਆ ਹੈ। ਮੈਂ ਸਕ੍ਰੈਚ ਤੋਂ ਸ਼ੁਰੂ ਕੀਤਾ। ਮੈਂ ਆਪਣੇ ਵਿੱਚ ਵਿਸ਼ਵਾਸ ਰੱਖ ਕੇ ਸ਼ੁਰੂ ਤੋਂ ਹੀ ਸ਼ੁਰੂਆਤ ਕੀਤੀ ਸੀ। ਇਹ ਮੇਰੇ ਵਿੱਚ ਵਿਸ਼ਵਾਸ ਤੇ ਫਿਰ ਮੈਂ ਤੁਹਾਨੂੰ ਇੱਕ ਹੋਰ ਲਾਈਨ ਦੱਸਾਂਗਾ ਜੋ ਪਾਪਾ ਮੈਨੂੰ ਬਿਨਾਂ ਦੱਸੇ ਦੱਸ ਦਿੰਦੇ ਸਨ ਕਿ ਉਹ ਮੈਨੂੰ ਕਿੰਨਾ ਪੜ੍ਹਾ ਰਹੇ ਹਨ। ਉਹ ਕਹਿੰਦੇ ਸਨ ਕਿ ਔਖੇ ਸਮੇਂ ਵਿੱਚ ਅਤੇ ਜੇਕਰ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ ਤਾਂ ਲੋਕਾਂ ਕੋਲ ਜਾਓ। ਬਸ ਉਹਨਾਂ ਤੱਕ ਪਹੁੰਚੋ ਅਤੇ ਉਹ ਤੁਹਾਨੂੰ ਰਸਤਾ ਦਿਖਾ ਦੇਣਗੇ।
ਅਤੇ ਇਹ ਬਿਲਕੁਲ ਉਹੀ ਹੋਇਆ ਹੈ। ਇਹ ਮੇਰੇ ਪਿਤਾ ਜੀ ਦੇ ਜਨਮ ਦਿਨ ਤੇ ਸੀ ਕਿ ਮੈਂ ਇਹ ਆਸ਼ੀਰਵਾਦ ਯਾਤਰਾ 2021 ਵਿੱਚ ਸ਼ੁਰੂ ਕੀਤੀ ਸੀ ਅਤੇ ਇਹ 5 ਜੁਲਾਈ ਸੀ। 13 ਜੂਨ ਨੂੰ ਇਹ ਸਭ ਕੁਝ ਵਾਪਰਿਆ ਅਤੇ ਮੈਨੂੰ, ਮੇਰੇ ਪਰਿਵਾਰ ਨੂੰ, ਖਾਸ ਤੌਰ ਤੇ ਮੇਰੀ ਮਾਂ ਨੂੰ ਇਸ ਨੂੰ ਸੰਭਾਲਣ ਵਿੱਚ ਮੈਨੂੰ 10 ਤੋਂ 15 ਦਿਨ ਲੱਗ ਗਏ। ਅਤੇ ਫਿਰ 5 ਜੁਲਾਈ ਤੋਂ ਮੈਂ ਇਹ ਯਾਤਰਾ ਸ਼ੁਰੂ ਕੀਤੀ ਅਤੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਲਈ ਮੈਂ ਇਹ ਯਾਤਰਾ ਇਸ ਵਿਸ਼ਵਾਸ ਨਾਲ ਸ਼ੁਰੂ ਕੀਤੀ ਕਿ ਪਾਪਾ ਨੇ ਮੈਨੂੰ ਕਿਹਾ ਸੀ, ਲੋਕਾਂ ਕੋਲ ਜਾਓ, ਉਹ ਤੁਹਾਨੂੰ ਰਸਤਾ ਦਿਖਾ ਦੇਣਗੇ ਅਤੇ ਮੇਰੇ ਵਿੱਚ ਵਿਸ਼ਵਾਸ ਹੈ। ਅਤੇ ਇੱਕ ਵਾਰ ਫਿਰ ਮੇਰੇ ਕੋਲ ਸੰਸਦ ਮੈਂਬਰ ਹੋਣ ਤੋਂ ਇਲਾਵਾ ਹੋਰ ਕੋਈ ਨਹੀਂ ਸੀ, ਹੋਰ ਕੋਈ ਅਨੁਭਵ ਨਹੀਂ ਸੀ। ਮੇਰੇ ਕੋਲ ਪਾਰਟੀ ਦਾ ਕੌਮੀ ਪ੍ਰਧਾਨ ਹੋਣ ਦਾ ਵਧੀਆ ਤਜਰਬਾ ਵੀ ਨਹੀਂ ਸੀ। ਤੁਸੀਂ ਜਾਣਦੇ ਹੋ, ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਮੈਂ ਆਪਣੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮੰਨ ਰਿਹਾ ਹਾਂ ਜੋ ਮੈਨੂੰ ਚੋਣ ਨਿਸ਼ਾਨ ਦੇਣਗੇ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਮੇਰੇ ਪਿਤਾ ਜੀ ਮੈਨੂੰ ਪ੍ਰਤੀਕ ਦਿੰਦੇ ਸਨ। 2014 ਵਿੱਚ ਉਹਨਾਂ ਨੇ ਅਜਿਹਾ ਕੀਤਾ। 2019 ਵਿੱਚ ਉਹਨਾਂ ਨੇ ਅਜਿਹਾ ਕੀਤਾ। ਇਸ ਲਈ ਮੇਰਾ ਮਤਲਬ ਹੈ, ਇਹ ਮੇਰੇ ਲਈ ਹਰ ਵਾਰ ਥੋੜਾ ਜਿਹਾ ਭਾਵੁਕ ਹੋ ਜਾਂਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਕਿ ਮੈਨੂੰ ਪ੍ਰਤੀਕ ਦੇਣ ਵਾਲਾ ਕੋਈ ਨਹੀਂ ਹੈ। ਜਾਤ ਪਾਤ ਦੀ ਗੱਲ ਕਰੀਏ ਤਾਂ ਕਿ ਰਾਮ ਮੰਦਿਰ ਜਾਂ ਧਰਮ ਅਤੇ ਰਾਜਨੀਤੀ ਹੁਣ ਜਾਤ ਪਾਤ ਤੇ ਭਾਰੂ ਹੋ ਜਾਂਦੀ ਹੈ। ਜਦੋਂ ਲੋਕ ਵੋਟ ਇਸ ਲਈ ਦੇ ਰਹੇ ਹਨ ਕਿਉਂਕਿ ਇੱਥੇ ਜਾਤ ਪਾਤ ਤੇ ਆਧਾਰਿਤ ਰਾਜਨੀਤੀ ਬਹੁਤ ਜ਼ਿਆਦਾ ਹੈ। ਇਸ ਲਈ ਮੇਰਾ ਮੰਨਣਾ ਹੈ, ਜਦੋਂ ਇਹ ਚੀਜ਼ਾਂ ਹੁੰਦੀਆਂ ਹਨ ਜਿਵੇਂ ਕਿ ਰਾਮ ਮੰਦਿਰ ਦੀ ਉਸਾਰੀ ਅਤੇ ਚੀਜ਼ਾਂ, ਮੈਂ ਇਸ ਦਾ ਜ਼ੋਰਦਾਰ ਸਮਰਥਨ ਕੀਤਾ। ਮੈਂ ਆਪਣੇ ਰਾਜ ਵਿੱਚ ਵੀ ਅਜਿਹਾ ਕਰਦਾ ਹਾਂ। ਮੈਂ ਕਹਿੰਦਾ ਹਾਂ ਅਤੇ ਮੇਰਾ ਮੰਨਣਾ ਹੈ ਕਿ ਜੇਕਰ ਅਯੁੱਧਿਆ ਵਿੱਚ ਇੰਨਾ ਸੁੰਦਰ ਵਿਸ਼ਾਲ ਰਾਮ ਮੰਦਿਰ ਬਣ ਸਕਦਾ ਹੈ ਤਾਂ ਮਾਤਾ ਸੀਤਾ ਦੀ ਸੀਤਾਮੜੀ ਵਿੱਚ ਅਜਿਹਾ ਕਿਉਂ ਨਹੀਂ ਹੋ ਸਕਦਾ। ਇਹ ਮਾਂ ਜਾਨਕੀ ਦੀ ਧਰਤੀ ਹੈ, ਇਸ ਲਈ ਸਾਡੇ ਇੱਥੇ ਵੀ ਉਹ ਮੰਦਿਰ ਕਿਉਂ ਨਹੀਂ ਹੈ। ਇਸ ਲਈ ਮੈਂ ਇੱਕ ਵਿਸ਼ਵਾਸੀ ਹਾਂ, ਮੈਨੂੰ ਇਸ ਵਿੱਚ ਵਿਸ਼ਵਾਸ ਹੈ। ਇੱਕ ਵਿਸ਼ਵਾਸੀ ਹੋਣ ਦੇ ਨਾਤੇ, ਹਾਂ, ਮੈਂ ਇਸ ਵਿੱਚ ਹਾਂ। ਮੈਨੂੰ ਚੰਗਾ ਲੱਗਦਾ ਹੈ ਜਦੋਂ ਅਜਿਹਾ ਕੁਝ ਹੁੰਦਾ ਹੈ। ਵੀ ਵਿਸ਼ਵਾਸ ਕਰੋ ਕਿ ਧਾਰਮਿਕ ਸੈਰ ਸਪਾਟਾ ਇੱਕ ਹੋਰ ਬਹੁਤ ਹੀ ਅਣਪਛਾਤਾ ਖੇਤਰ ਹੈ, ਖਾਸ ਕਰਕੇ ਮੇਰੇ ਰਾਜ ਵਿੱਚ। ਅਤੇ ਇੱਥੇ ਬਹੁਤ ਵੱਡੀ ਸੰਭਾਵਨਾ ਹੈ। ਜੇ ਤੁਸੀਂ ਦੱਖਣ ਵੱਲ ਜਾਂਦੇ ਹੋ, ਜੇ ਤੁਸੀਂ ਮਹਾਰਾਸ਼ਟਰ ਵਿੱਚ ਜਾਂਦੇ ਹੋ, ਸ਼ਿਰਡੀ ਨੂੰ ਦੇਖੋ। ਕੇਵਲ ਸਾਈਂ ਬਾਬਾ ਦੀ ਵਜ੍ਹਾ ਨਾਲ ਇਹ ਹੁਣ ਇੱਕ ਸੁੰਦਰ ਸ਼ਹਿਰ ਅਤੇ ਅਜਿਹਾ ਸਵੈ ਨਿਰਭਰ ਸ਼ਹਿਰ ਬਣ ਗਿਆ ਹੈ। ਹੁਣ ਅਯੁੱਧਿਆ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ। ਉਜੈਨ, ਮਹਾਕਾਲ, ਕਾਸ਼ੀ, ਵਿਸ਼ਵਨਾਥ, ਇਹਨਾਂ ਸਾਰੀਆਂ ਥਾਵਾਂ ਤੇ ਵੀ ਇਹੀ ਕੁਝ ਹੋ ਰਿਹਾ ਹੈ। ਇਸ ਲਈ ਮੇਰਾ ਮੰਨਣਾ ਹੈ ਕਿ ਇਹ ਇੱਕ ਅਣਪਛਾਤਾ ਖੇਤਰ, ਧਾਰਮਿਕ ਸੈਰ ਸਪਾਟਾ ਹੈ ਜਿਸ ਦੀ ਖੋਜ ਕੀਤੀ ਜਾ ਸਕਦੀ ਹੈ। ਤੇ ਹਾਂ, ਮੇਰਾ ਮਤਲਬ ਹੈ, ਇਹ ਹਰ ਵਿਸ਼ਵਾਸੀ ਦੇ ਵਿਸ਼ਵਾਸ ਨੂੰ ਪੂਰਾ ਕਰਦਾ ਹੈ ਜੋ ਇਸ ਵਿੱਚ ਵਿਸ਼ਵਾਸ ਕਰਦਾ ਹੈ। ਇਹ ਇੱਕ ਪਾਸੇ ਹੈ, ਪਰ ਦੂਜਾ ਪਾਸਾ ਅਤੇ ਬਿਹਤਰ ਪੱਖ ਜਿਸ ਨੂੰ ਮੈਂ ਦੇਖਦਾ ਹਾਂ, ਇਹ ਬਹੁਤ ਜ਼ਿਆਦਾ ਆਮਦਨ ਪੈਦਾ ਕਰਦਾ ਹੈ। ਮੇਰਾ ਮਤਲਬ ਹੈ, ਇਹ ਤੁਹਾਨੂੰ ਆਪਣੇ ਆਪ ਵਿੱਚ ਇੱਕ ਸਵੈ ਨਿਰਭਰ ਸ਼ਹਿਰ ਬਣਾਉਂਦਾ ਹੈ ਜੇਕਰ ਤੁਹਾਡੇ ਕੋਲ ਅਜਿਹੀਆਂ ਥਾਵਾਂ ਹਨ। ਹੁਣ ਮੈਂ 10 ਸਾਲਾਂ ਦੀ ਲਾਈਨ ਹੇਠਾਂ ਕਲਪਨਾ ਕਰ ਸਕਦਾ ਹਾਂ, ਜੇਕਰ ਸਾਡੇ ਕੋਲ ਸੀਤਾਮੜੀ ਵਿੱਚ ਇੰਨਾ ਸੁੰਦਰ ਮੰਦਿਰ ਹੈ ਤਾਂ ਪੂਰੇ ਖੇਤਰ ਦੀ ਦੇਖਭਾਲ ਕੀਤੀ ਜਾਵੇਗੀ। ਇਸ ਦੀ ਮਿਸਾਲ ਮੈਂ ਆਪਣੇ ਹਲਕੇ ਵਿੱਚ ਦੇ ਸਕਦਾ ਹਾਂ। ਮੇਰੇ ਕੋਲ ਇਹ ਲਛੂਹਾਰ ਹੈ ਅਤੇ ਇਹ ਭਗਵਾਨ ਮਹਾਵੀਰ ਦੀ ਜਨਮ ਸਥਾਲੀ ਹੈ। ਹੁਣ ਮੈਂ ਉੱਥੇ ਸੁੰਦਰ ਮੰਦਿਰ ਬਣਾ ਲਿਆ ਹੈ। ਹੁਣ 108 ਬਿਸਤਰਿਆਂ ਦਾ ਹਸਪਤਾਲ ਹੈ ਜੋ ਅੱਗੇ ਆ ਗਿਆ ਹੈ। ਰਿਜ਼ੋਰਟ ਆ ਰਹੇ ਹਨ। ਇੱਥੇ ਬਹੁਤ ਘੱਟ ਐਮਐਨਸੀ ਦੇ ਜੋੜ ਆ ਰਹੇ ਹਨ। ਇਸ ਲਈ ਹੁਣ ਹੌਲੀ ਹੌਲੀ ਉਹ ਸਥਾਨ ਆਪਣੇ ਆਪ ਚੁੱਕਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਮੈਂ ਸੋਚਦਾ ਹਾਂ ਕਿ ਵਿਸ਼ਵਾਸ ਇੱਕ ਪਾਸੇ ਹੈ, ਪਰ ਇਹ ਬਹੁਤ ਸਾਰਾ ਮਾਲੀਆ ਪੈਦਾ ਕਰਦਾ ਹੈ ਜੋ ਸਾਡੇ ਵਰਗੇ ਰਾਜ ਲਈ ਬਹੁਤ ਜ਼ਰੂਰੀ ਹੈ। ਤੁਸੀਂ ਜੋ ਕਹਿ ਰਹੇ ਹੋ, ਮੈਨੂੰ ਲੱਗਦਾ ਹੈ ਤੁਸੀਂ ਧਰਮ ਪ੍ਰਤੀ ਸਕਾਰਾਤਮਕ ਹੋ ਰਹੇ ਹੋ ਅਤੇ ਧਰਮ ਨੂੰ ਸਕਾਰਾਤਮਕ ਹੋਣਾ ਚਾਹੀਦਾ ਹੈ। ਇਹ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਨਫ਼ਰਤ ਨਹੀਂ ਹੋਣੀ ਚਾਹੀਦੀ। ਕੀ ਇਹ ਸਹੀ ਹੈ? ਬਿਲਕੁਲ ਸਹੀ, ਬਿਲਕੁਲ ਸਹੀ। ਤੁਹਾਨੂੰ ਇੱਕ ਧਰਮ ਦੇ ਆਧਾਰ ਤੇ ਇੱਕ ਭਾਈਚਾਰੇ ਤੇ ਹਮਲਾ ਨਹੀਂ ਕਰਨਾ ਚਾਹੀਦਾ। ਬਿਲਕੁਲ ਨਹੀਂ, ਬਿਲਕੁਲ ਨਹੀਂ। ਮੇਰੇ ਕੋਲ ਇੱਕ ਆਖਰੀ ਸਵਾਲ ਹੈ ਅਤੇ ਇਹ ਉਹ ਹੈ ਜੋ ਲੋਕਾਂ ਨੇ ਮੈਨੂੰ ਤੁਹਾਡੇ ਤੋਂ ਪੁੱਛਣ ਲਈ ਕਿਹਾ ਹੈ ਕਿ ਤੁਸੀਂ ਹੁਣ ਗੱਠਜੋੜ ਦਾ ਹਿੱਸਾ ਹੋ ਅਤੇ ਅੰਕੜੇ ਇਹ ਹਨ ਕਿ ਐਡ ਕੇਸ, CBI ਕੇਸ ਸਿਰਫ 15% ਵਿਰੋਧੀ ਪਾਰਟੀਆਂ ਕੋਲ ਜਾਂਦੇ ਹਨ ਅਤੇ ਜੇਕਰ ਤੁਸੀਂ ਆਪਣੇ ਕੇਸਾਂ ਨੂੰ ਹਟਾਉਣਾ ਚਾਹੁੰਦੇ ਹੋ ਤਾਂ BJP ਵਿੱਚ ਸ਼ਾਮਲ ਹੋਵੋ। ਲੋਕ ਜਾਣਨਾ ਚਾਹੁੰਦੇ ਹਨ, ਤੁਸੀਂ ਇਸ ਬਾਰੇ ਕੀ ਸੋਚਦੇ ਹੋ?
ਸਾਨੂੰ 15% ਦੀ ਇੱਕ ਛੋਟੀ ਜਿਹੀ ਗੱਦੀ ਦੇਣ ਲਈ ਤੁਹਾਡਾ ਧੰਨਵਾਦ, ਕਿਉਂਕਿ ਮੈਂ ਇਹ ਵੀ ਮੁਸ਼ਕਿਲ ਨਾਲ ਸੁਣਦਾ ਹਾਂ। ਇਸ ਲਈ ਇਹ ਮੈਨੂੰ ਥੋੜੀ ਜਿਹੀ ਜਗ੍ਹਾ ਦਿੰਦਾ ਹੈ। ਕੀ ਇਹ ਲੋਕਤੰਤਰ ਵਿੱਚ ਜਾਇਜ਼ ਹੈ? ਨਹੀਂ, ਬਿਲਕੁਲ ਨਹੀਂ। ਨਹੀਂ, ਬਿਲਕੁਲ ਨਹੀਂ। ਇਹ ਸਹੀ ਨਹੀਂ ਹੈ। ਜੇਕਰ ਇਹ ਇਸ ਤਰ੍ਹਾਂ ਹੈ, ਮੈਂ ਬਦਲਾਖੋਰੀ ਦੀ ਰਾਜਨੀਤੀ ਵਿੱਚ ਵਿਸ਼ਵਾਸ ਨਹੀਂ ਕਰਦਾ। ਮੈਂ ਇਸ ਬਦਲਾਖੋਰੀ ਵਿੱਚ ਵਿਸ਼ਵਾਸ ਨਹੀਂ ਕਰਦਾ ਅਤੇ ਇਹ ਸਹੀ ਨਹੀਂ ਹੈ। ਇਹ ਕਹਿਣ ਤੋਂ ਬਾਅਦ ਮੈਂ ਆਪਣੀ ਨਿਆਂ ਪ੍ਰਣਾਲੀ ਵਿੱਚ ਵੀ ਵਿਸ਼ਵਾਸ ਕਰਦਾ ਹਾਂ। ਜੇਕਰ ਅਸੀਂ ਆਪਣੇ ਲੋਕਤੰਤਰ ਦੇ ਸਭ ਤੋਂ ਮਜ਼ਬੂਤ ਥੰਮਾਂ ਵਿੱਚੋਂ ਇੱਕ ਵਿੱਚ ਵਿਸ਼ਵਾਸ ਨਾ ਕਰਦੇ ਤਾਂ ਅਸੀਂ ਅਰਾਜਕਤਾ ਵੱਲ ਵਧ ਰਹੇ ਹੁੰਦੇ। ਉਹ ਹੈ ਨਿਆਂਪਾਲਿਕਾ। ਅਤੇ ਮੈਂ ਵਿਸ਼ਵਾਸ ਕਰਦਾ ਹਾਂ ਜਦੋਂ ਉਹ ਕਹਿੰਦੇ ਹਨ, ਤੁਸੀਂ ਦੋਸ਼ੀ ਸਾਬਤ ਹੋਣ ਤੱਕ ਨਿਰਦੋਸ਼ ਹੋ। ਅਤੇ ਮੈਂ ਵਿਸ਼ਵਾਸ ਕਰਦਾ ਹਾਂ ਜਦੋਂ ਉਹ ਕਹਿੰਦੇ ਹਨ ਕਿ ਤੁਸੀਂ ਦੋਸ਼ੀ ਸਾਬਤ ਹੋਣ ਤੱਕ ਨਿਰਦੋਸ਼ ਹੋ। ਇਸ ਲਈ ਜੇਕਰ ਕੋਈ ਦੋਸ਼ੀ ਸਾਬਤ ਨਹੀਂ ਹੁੰਦਾ ਹੈ ਅਤੇ ਮੇਰਾ ਮੰਨਣਾ ਹੈ ਕਿ ਜੋ ਵਿਅਕਤੀ ਦੋਸ਼ੀ ਨਹੀਂ ਹੈ, ਉਹ ਦੋਸ਼ੀ ਸਾਬਤ ਨਹੀਂ ਹੋ ਸਕਦਾ। ਹਾਂ, ਮੇਰਾ ਮਤਲਬ ਹੈ ਕਿ ਤੁਹਾਡੇ ਤੇ ਦੋਸ਼ ਹੋ ਸਕਦੇ ਹਨ। ਹੋ ਸਕਦਾ ਹੈ ਤੁਹਾਨੂੰ ਕੁੱਟਿਆ ਜਾ ਸਕਦਾ ਹੈ। ਹੋ ਸਕਦਾ ਹੈ ਤੁਸੀਂ ਜਾਣਦੇ ਹੋ ਜਾਂਚਾਂ ਹੋ ਰਹੀਆਂ ਹਨ। ਅਤੇ ਜਦੋਂ ਉਹ ਫੈਸਲਾ ਕਰ ਰਹੇ ਹਨ ਤਾਂ ਤੁਸੀਂ 5 ਸਾਲ ਜੇਲ੍ਹ ਵਿੱਚ ਬਿਤਾ ਸਕਦੇ ਹੋ। ਉਹ ਅੱਛਾ, ਫਿਰ ਉਹੀ। ਇਹ ਜਾਇਜ਼ ਨਹੀਂ ਹੈ। ਇਹ ਉਚਿਤ ਨਹੀਂ ਹੈ। ਨਿਆਂ ਵਿੱਚ ਦੇਰੀ ਨਿਆਂ ਤੋਂ ਇਨਕਾਰ ਹੈ। ਦੁਬਾਰਾ ਫਿਰ, ਇਹ ਵੀ ਇੱਕ ਚੀਜ਼ ਹੈ ਜਿਸ ਵਿੱਚ ਮੈਂ ਵਿਸ਼ਵਾਸ ਕਰਦਾ ਹਾਂ। ਮੈਂ ਰਾਜਨੀਤੀ ਦਾ ਵਿਦਿਆਰਥੀ ਹਾਂ, ਪਰ ਫਿਰ ਹਾਂ, ਮੇਰਾ ਮਤਲਬ ਹੈ ਮੇਰਾ ਸਾਡੀ ਨਿਆਂ ਪ੍ਰਣਾਲੀ ਵਿੱਚ ਵੀ ਬਹੁਤ ਮਜ਼ਬੂਤ ਵਿਸ਼ਵਾਸ ਹੈ। ਪਰਮਾਤਮਾ ਤੁਹਾਨੂੰ ਅਸੀਸ ਦੇਵੇ ਅਤੇ ਤੁਹਾਡੀਆਂ ਸਾਰੀਆਂ ਮਜ਼ਬੂਤ ਸਕਾਰਾਤਮਕਤਾਵਾਨ ਬਣੀ ਰਹੇ।